ਹੈਲੋ ਗਾਇਸ, ਹੈਪੀ ਰਿਪਬਲਿਕ ਡੇ ਟੂ ਆਲ ਆਫ ਯੂ। ਅੱਜ ਹੈ ਸਾਡਾ ਗਣਤੰਤਰ ਦਿਵਸ। 26 ਜਨਵਰੀ ਨੂੰ ਅਸੀਂ ਮਨਾਉਂਦੇ ਆ ਆਪਣਾ ਰਿਪਬਲਿਕ ਡੇ। ਇਸ ਦੇ ਬਾਰੇ ਸਭ ਨੂੰ ਪਤਾ ਹੋਊਗਾ ਕਿਉਂ ਮਨਾਉਂਦੇ ਆ ਕਿ ਇਸ ਦਿਨ ਅਸੀਂ ਆਪਣੇ ਦੇਸ਼ ਦਾ ਕਾਨੂੰਨ ਲਾਗੂ ਕੀਤਾ ਸੀ, ਉਹਨੂੰ ਇੰਪਲੀਮੈਂਟ ਕੀਤਾ ਸੀ। ਪਰ 26 ਜਨਵਰੀ ਨੂੰ ਹੀ ਕਿਉਂ ਕੀਤਾ ਸੀ, ਕਿਸੇ ਹੋਰ ਦਿਨ ਕਿਉਂ ਨਹੀਂ ਕੀਤਾ? ਅਸੀਂ ਇਹੀ ਡੇਟ ਕਿਉਂ ਚੁਣੀ? ਸਾਡੇ ਦੇਸ਼ ਦੇ ਕਾਨੂੰਨ ਨੂੰ ਕਿਵੇਂ ਬਣਾਇਆ ਗਿਆ, ਕਿਹਨੇ ਬਣਾਇਆ, ਕਿਹੜੀ ਅਸੈਂਬਲੀ ਜਾਂ ਕਮੇਟੀ ਨੇ ਇਹਨੂੰ ਬਣਾਇਆ, ਉਹਦੇ ਕਿੰਨੇ ਮੈਂਬਰ ਸੀ, ਇਹ ਸਭ ਚੀਜ਼ਾਂ ਬਾਰੇ ਸ਼ਾਇਦ ਸਾਨੂੰ ਨਾ ਪਤਾ ਹੋਵੇ। ਅੱਜ ਅਸੀਂ ਜਾਣਾਂਗੇ ਇਹਨਾਂ ਸਭ ਗੱਲਾਂ ਬਾਰੇ ਹੀ, ਐਂਡ ਇਸ ਦੇ ਨਾਲ ਅਸੀਂ ਕੁਝ ਇੰਟਰਸਟਿੰਗ ਫੈਕਟ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਸਾਡੇ ਦੇਸ਼ ਦੇ ਕਾਨੂੰਨ ਨੂੰ ਬਣਾਉਣ ਤੇ ਕਿੰਨਾ ਖਰਚ ਆਇਆ ਸੀ। ਇਹ ਸਭ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੈਬਨਿਟ ਮਿਸ਼ਨ ਪਲਾਨ ਤੋਂ, ਜਿਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਇੰਡੀਆ ਆਪਣਾ ਕਾਨੂੰਨ ਹੁਣ ਖੁਦ ਬਣਾਏਗਾ। ਫਿਰ 6 ਦਸੰਬਰ 1946 ਨੂੰ VOTING ਦੇ ਜ਼ਰੀਏ ਅਸੀਂ ਆਪਣੀ ਕਨਸਟੀਟਿਊਸ਼ਨਲ ਅਸੈਂਬਲੀ ਦੇ ਮੈਂਬਰਸ ਨੂੰ ਚੁਣਿਆ। ਇਸ ਅਸੈਂਬਲੀ ਦੀ ਪਹਿਲੀ ਮੀਟਿੰਗ ਹੋਈ ਸੀਗੀ 9 ਦਸੰਬਰ 1946 ਨੂੰ, ਜਿਹਦੇ ਵਿੱਚ ਇਸ ਅਸੈਂਬਲੀ ਦੇ ਸੀਨੀਅਰ ਮੋਸਟ ਮੈਂਬਰ ਐਸ ਸਿਨਹਾ ਜੀ ਨੂੰ ਇਸ ਅਸੈਂਬਲੀ ਦਾ ਟੈਂਪਰੇਰੀ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। ਫਿਰ 2 ਦਿਨ ਬਾਅਦ ਇਸ ਅਸੈਂਬਲੀ ਦੀ ਅਗਲੀ ਮੀਟਿੰਗ ਹੋਈ, ਜਿਹਦੇ ਵਿੱਚ ਇਹਨਾਂ ਨੇ ਆਪਣੇ ਪਰਮਾਨੈਂਟ ਪ੍ਰੈਜ਼ੀਡੈਂਟ ਚੁਣੇ, ਡਾਕਟਰ ਰਾਜਿੰਦਰ ਪ੍ਰਸਾਦ। ਇਸ ਅਸੈਂਬਲੀ ਦੀ ਤੀਸਰੀ ਮੀਟਿੰਗ 2 ਦਿਨ ਬਾਅਦ ਫਿਰ ਹੋਈ, ਯਾਨੀ ਕਿ 13 ਦਸੰਬਰ 1946 ਨੂੰ, ਜਿਹਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਨੇ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪ੍ਰਪੋਜ਼ ਕੀਤਾ, ਜੋ ਦੱਸਦੇ ਸਨ ਕਿ ਸਾਡੇ ਦੇਸ਼ ਦਾ ਕਾਨੂੰਨ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਵੈਸੇ ਤਾਂ ਇਸ ਅਸੈਂਬਲੀ ਦੇ 389 ਯਾਨੀ ਕਿ 399 ਮੈਂਬਰ ਸਨ, ਪਰ ਪਾਰਟੀਸ਼ਨ ਤੋਂ ਬਾਅਦ ਕੁਝ ਮੈਂਬਰ ਪਾਕਿਸਤਾਨ ਚਲੇ ਗਏ, ਸੋ ਫਿਰ ਇਹਨਾਂ ਦੀ ਗਿਣਤੀ ਘਟ ਕੇ 299 ਰਹਿ ਗਈ। ਇੰਡੀਆ ਨੂੰ ਇੰਡੀਪੈਂਡੈਂਸ ਮਿਲਣ ਤੋਂ 14 ਦਿਨ ਬਾਅਦ ਯਾਨੀ ਕਿ 29 ਅਗਸਤ 1947 ਨੂੰ ਇਸ ਅਸੈਂਬਲੀ ਨੇ ਇੱਕ ਕਮੇਟੀ ਬਣਾਈ, ਜਿਹਦਾ ਨਾਮ ਰੱਖਿਆ ਗਿਆ ਡਰਾਫਟਿੰਗ ਕਮੇਟੀ। ਇਹਦਾ ਮੇਨ ਕੰਮ ਸੀਗਾ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਣਾਉਣਾ। ਇਸ ਕਮੇਟੀ ਦੇ ਪ੍ਰੈਜ਼ੀਡੈਂਟ ਸੀਗੇ BR ਅੰਬੇਦਕਰ ਜੀ, ਜਿਨ੍ਹਾਂ ਦਾ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਣਾਉਣ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਮੰਨਿਆ ਗਿਆ ਹੈ। ਇਸੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ। ਫਿਰ ਇਸ ਅਸੈਂਬਲੀ ਨੇ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਐਂਡ ਟੋਟਲ 11 ਸੈਸ਼ਨਸ ਲਗਾਉਂਦੇ ਹੋਏ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਵਿੱਚ ਇੰਡੀਆ ਦਾ ਕਨਸਟੀਟਿਊਸ਼ਨ ਤਿਆਰ ਕਰ ਲਿਆ। 26 ਨਵੰਬਰ 1949 ਨੂੰ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਅਡਾਪਟ ਕਰ ਲਿੱਤਾ ਗਿਆ। ਇੰਪਲੀਮੈਂਟ ਨਹੀਂ ਕੀਤਾ, ਅਡਾਪਟ ਕਰ ਲਿੱਤਾ ਗਿਆ। ਕਿਉਂ? ਕਿਉਂਕਿ ਇੰਪਲੀਮੈਂਟ ਕਰਨ ਦੇ ਲਈ ਸਾਰੇ ਮੈਂਬਰਸ ਦੇ ਸਾਈਨ ਜ਼ਰੂਰੀ ਸੀ, ਪਰ ਉਸ ਦਿਨ ਕੁਝ ਮੈਂਬਰਸ ਐਬਸੈਂਟ ਸਨ। ਫਿਰ ਇੱਕ ਦਿਨ ਡਿਸਾਈਡ ਕੀਤਾ ਗਿਆ 26 ਜਨਵਰੀ 1950, ਜਿਸ ਦਿਨ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਇੰਪਲੀਮੈਂਟ ਕੀਤਾ ਗਿਆ। ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ 26 ਜਨਵਰੀ ਹੀ ਤਰੀਕ ਕਿਉਂ ਚੁਣੀ ਗਈ, ਕੋਈ ਹੋਰ ਤਰੀਕ ਕਿਉਂ ਨਹੀਂ ਚੁਣੀ ਗਈ? ਇਸ ਦੇ ਪਿੱਛੇ ਦਾ ਰੀਜ਼ਨ ਹੈ 26 ਜਨਵਰੀ 1929 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਇੱਕ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦਿਵਸ ਯਾਨੀ ਕਿ ਇੰਡੀਅਨ ਇੰਡੀਪੈਂਡੈਂਸ ਡੇ ਮਨਾਇਆ ਸੀ। 1929 ਤੋਂ ਬਾਅਦ ਇਸ ਦਿਨ ਨੂੰ ਇੰਡੀਆ ਦਾ ਇੰਡੀਪੈਂਡੈਂਸ ਡੇ ਮੰਨਿਆ ਜਾਣ ਲੱਗਾ। ਫਿਰ ਇਸੇ ਦਿਨ ਨੂੰ ਯਾਦ ਕਰਦੇ ਹੋਏ 26 ਜਨਵਰੀ 1950 ਨੂੰ ਅਸੀਂ ਆਪਣੇ ਦੇਸ਼ ਦਾ ਕਾਨੂੰਨ ਲਾਗੂ ਕਰ ਦਿੱਤਾ। 26 ਜਨਵਰੀ 1950 ਦੀ ਪਹਿਲੀ ਪਰੇਡ ਅਸੀਂ ਸੈਲੀਬ੍ਰੇਟ ਕੀਤੀ ਸੀਗੀ ਰਾਜਪਥ ਨਿਊ ਦਿੱਲੀ ਦੇ ਵਿੱਚ, ਐਂਡ ਇਹਦੇ ਚੀਫ ਗੈਸਟ ਸੀਗੇ ਪ੍ਰੈਜ਼ੀਡੈਂਟ ਆਫ ਇੰਡੋਨੇਸ਼ੀਆ, ਪ੍ਰੈਜ਼ੀਡੈਂਟ ਸੁਕਾਰਨੋ। 26 ਜਨਵਰੀ 1950 ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ ਸੀਗੇ 395, ਪਾਰਟ ਸੀਗੇ 18 ਐਂਡ ਸ਼ਡਿਊਲ ਸੀਗੇ 8। 1950 ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਕਾਫੀ ਅਮੈਂਡਮੈਂਟਸ ਕੀਤੇ ਗਏ, ਜਿਹਦੇ ਨਾਲ ਇਹਦੇ ਵਿੱਚ ਕਾਫੀ ਚੇਂਜਸ ਆਈਆਂ। ਇੰਡੀਆ ਦੇ ਕਨਸਟੀਟਿਊਸ਼ਨ ਨੂੰ ਹਿੰਦੀ ਐਂਡ ਇੰਗਲਿਸ਼ 2 ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ। ਹੁਣ ਇੰਡੀਅਨ ਕਨਸਟੀਟਿਊਸ਼ਨ ਦੇ ਇੰਗਲਿਸ਼ ਵਰਜ਼ਨ ਦੇ ਵਿੱਚ ਟੋਟਲ ਵਰਡਸ ਹਨ 1,17,370। ਇੰਡੀਆ ਦੇ ਕਨਸਟੀਟਿਊਸ਼ਨ ਨੂੰ ਆਪਣੇ ਹੱਥ ਨਾਲ ਲਿਖਿਆ ਸੀਗਾ ਪ੍ਰੇਮ ਬਿਹਾਰੀ ਨਾਰਾਇਣ ਰਹਿਜ਼ਾਦਾ ਜੀ ਨੇ। ਇੰਡੀਅਨ ਕਨਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ ਸਾਰੇ ਮੈਂਬਰਸ ਦੇ ਸਾਈਨ ਹੋਏ ਸੀ, ਪਰ ਸਭ ਤੋਂ ਪਹਿਲੇ ਸਾਈਨ ਕੀਤੇ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ। ਇੰਡੀਅਨ ਕਨਸਟੀਟਿਊਸ਼ਨ ਦੀ ਗਿਣਤੀ ਦੁਨੀਆ ਦੇ ਸਭ ਤੋਂ ਵੱਡੇ ਕਨਸਟੀਟਿਊਸ਼ਨ ਦੇ ਵਿੱਚ ਹੁੰਦੀ ਹੈ। ਹਾਲਾਂਕਿ ਸਭ ਤੋਂ ਛੋਟਾ ਕਨਸਟੀਟਿਊਸ਼ਨ ਮੰਨਿਆ ਜਾਂਦਾ ਹੈ ਦੇਸ਼ ਮੋਨੈਕੋ ਦਾ, ਜਿਹਦੇ ਟੋਟਲ ਵਰਡਸ ਹਨ 3814। ਇੰਡੀਆ ਦੇ ਕੋਲ ਵੀ ਆਪਣਾ ਕਨਸਟੀਟਿਊਸ਼ਨ ਹੋਣਾ ਚਾਹੀਦਾ ਹੈ। ਇਸ ਦੇ ਬਾਰੇ ਸਭ ਤੋਂ ਪਹਿਲੀ ਵਾਰੀ ਗੱਲ ਕੀਤੀ ਸੀਗੀ MN ਰॉय ਜੀ ਨੇ ਇਨ 1934। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਕਨਸਟੀਟਿਊਸ਼ਨ ਹੈ USA ਯਾਨੀ ਕਿ ਅਮਰੀਕਾ ਦਾ, ਜੋ ਇਹਨਾਂ ਨੇ ਤਿਆਰ ਕੀਤਾ ਸੀ 1791 ਯਾਨੀ ਕਿ 1791 ਦੇ ਵਿੱਚ। ਉਸ ਟਾਈਮ ਅਮਰੀਕਾ ਨੇ ਆਪਣਾ ਕਨਸਟੀਟਿਊਸ਼ਨ ਸਿਰਫ 3 ਮਹੀਨੇ ਦੇ ਵਿੱਚ ਹੀ ਤਿਆਰ ਕਰ ਲਿਆ ਸੀ। ਹੁਣ ਸਭ ਤੋਂ ਇੰਟਰਸਟਿੰਗ ਚੀਜ਼, ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਣਨ ਤੇ ਕਿੰਨਾ ਖਰਚ ਆਇਆ ਸੀ। ਇੰਡੀਆ ਦੇ ਕਨਸਟੀਟਿਊਸ਼ਨ ਨੂੰ ਬਣਨ ਤੇ ਕੁੱਲ ਖਰਚ ਆਇਆ ਸੀਗਾ 64 ਲੱਖ ਯਾਨੀ ਕਿ 64 ਲੱਖ ਰੁਪਏ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ।